ਸ੍ਰੀ ਵਾਹਿਗੁਰੂ ਸਾਹਿਬ ਜੀ। ਭੂਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰਿ ਨਾਮ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗਣਾ ਸਾਹੁ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਬਿਖਿਆ ਪੋਹ ਨ ਸਕਈ, ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤੈ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨ ਵਿਛੜਿਆ ਹੋ। ਵਾਰ ਜਾਉ ਲਖ ਵੇਰੀਆਂ, ਹਰ ਸੱਜਣ ਅਗੰਮ ਅਗਾਹੋ। ਸਰਮ ਪਈ ਨਾਰਾਇਣ, ਨਾਨਕ ਦਰ ਪਈਆ ਹੋ। ਭੂਖ ਸੋਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਸਰਮ ਪਈ ਨਾਰਾਇਣ, ਨਾਨਕ ਦਰ ਪਈਆ ਹੋ। ਭੂਖ ਸੋਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ, ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕੀਤਾ ਹੈ। ਆਪਣੇ ਚਰਨਾਂ ਕਮਲਾਂ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੁਆਰਾ ਉਚਾਰਨ ਕੀਤਾ ਹੋਇਆ 12 ਮਹਾਂ ਮਾਝ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਅੱਜ ਪੋਖ ਦੇ ਮਹੀਨੇ ਦਾ ਉਪਦੇਸ਼ ਆਪ ਜੀਆਂ ਨੇ ਸਰਵਣ ਕੀਤਾ ਹੈ। ਇਹਨੂੰ ਆਪਾਂ ਆਪਣੀ ਭਾਸ਼ਾ ਪੰਜਾਬੀ ਵਿੱਚ ਪੋਹ ਦਾ ਮਹੀਨਾ ਵੀ ਕਹਿੰਦੇ ਹਾਂ।
ਜੋ ਕਿ ਦੂਜੇ ਮਹੀਨਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਸਰਦੀ ਅਤੇ ਠੰਡ ਦਾ ਮਹੀਨਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਕਰਦੇ ਹਨ, ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜਨਾ ਹੈ। ਇਹ ਮਹੀਨਾ ਸਿੱਖ ਇਤਿਹਾਸ ਦੇ ਅੰਦਰ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਗੁਰੂ ਇਤਿਹਾਸ, ਸਿੱਖ ਇਤਿਹਾਸ ਦੇ ਅੰਦਰ ਸਭ ਤੋਂ ਵੱਧ ਦਰਦਨਾਕ ਜੋ ਸ਼ਹਾਦਤਾਂ ਹੋਈਆਂ ਹਨ, ਉਹ ਇਸ ਮਹੀਨੇ ਦੇ ਅੰਦਰ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀਆਂ ਦੇ ਲਖਤੇ ਜ਼ਿਕਰ ਫਰਜ਼ੰਦ ਚੌਹਾਂ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ, ਧੰਨ ਮਾਤਾ ਗੁਜਰੀ ਜੀ ਦੀ ਸ਼ਹਾਦਤ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪਰਿਵਾਰ ਵਿਛੋੜਾ, ਇਹ ਬਹੁਤ ਵੱਡੇ ਦਰਦਨਾਕ ਸਾਕੇ ਵਰਤੇ। ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤੋਂ ਛੋਟੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਜਿਹੜੇ ਤਸੀਹੇ ਸਹੇ ਹਨ, ਉਹ ਠੰਡ ਦੀਆਂ ਰਾਤਾਂ ਗੁਜ਼ਾਰੀਆਂ ਹਨ। ਸਾਰੀਆਂ ਸੰਗਤਾਂ ਨੇ ਇਹਨਾਂ ਦਿਨਾਂ ਵਿੱਚ ਵੀ ਉਹਨਾਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਆਪਾਂ ਸਿੱਖੀ ਮੰਗਣੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੋਖ ਦੇ ਮਹੀਨੇ ਦਾ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਓ ਇਸ ਕਥਾ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਲਵਾਓ ਹਾਜ਼ਰੀ, ਅਸੀਸ ਬਖਸ਼ੋ, ਦੋਵੇਂ ਹੱਥ ਜੋੜ ਕੇ ਕਰੋ ਰਸਨਾ ਪਵਿੱਤਰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ। ਕੰਠ ਕਹਿੰਦੇ ਨੇ ਗਲੇ ਨੂੰ। ਪੋਖ ਦੇ ਮਹੀਨੇ ਵਿੱਚ ਤੁਖਾਰ ਦਾ ਅਰਥ ਹੁੰਦਾ ਬਹੁਤ ਕੱਕਰ ਦੀ ਠੰਡ। ਜਦੋਂ ਪਾਣੀ ਤੇ ਬਾਹਰ ਤਰੇਲ ਵੀ ਕੋਰੇ ਤੇ ਬਰਫ਼ ਦੇ ਰੂਪ ਵਿੱਚ ਜੰਮਣ ਲੱਗ ਜਾਏ, ਉਹਨੂੰ ਤੁਖਾਰ ਕਹਿੰਦੇ ਨੇ। ਪਾਤਸ਼ਾਹ ਨੇ ਕਿਹਾ, ਭਾਈ ਇਹ ਸਰਦ ਦੀ, ਅੱਤ ਦੀ, ਕਸ਼ਟ ਵਾਲੀ ਰੁੱਤ ਜਿਵੇਂ ਹਰ ਇੱਕ ਬੰਦੇ ਦੇ ਸਰੀਰ ਨੂੰ ਕਸ਼ਟ ਦਿੰਦੀ ਹੈ, ਜੀਵ ਜੰਤੂ ਪੰਛੀ ਵੀ ਦੁਖੀ ਹੁੰਦੇ ਹਨ, ਤਿਵੇਂ ਸੰਸਾਰ ਦੇ ਅੰਦਰ ਕਠੋਰਤਾ ਜਿਹੜੀ ਹੈ ਉਹ ਹਰ ਇੱਕ ਬੰਦੇ ਨੂੰ ਦੁੱਖ ਦਿੰਦੀ ਹੈ। ਮਾਨਸਿਕ ਤੌਰ 'ਤੇ ਕਠੋਰ ਹੋਣਾ ਉਹ ਕਿਸੇ ਨੂੰ ਦੁੱਖ ਦੇਵੇਗੀ, ਪਰ ਇਹ ਕਠੋਰਤਾ ਉਹਨਾਂ ਦੇ ਨੇੜੇ ਨਹੀਂ ਆਉਂਦੀ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਿਲ ਗਿਆ, ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਆਪਣੇ ਗਲ ਨਾਲ ਲਾ ਲਿਆ। ਕੋਈ ਵੀ ਕਠੋਰ ਚੀਜ਼ ਹਮੇਸ਼ਾ ਦੁੱਖ ਦਿੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਬਚਨ ਕਹੇ, ਕਹਿੰਦੇ ਭਾਈ ਵੇਖੋ, ਜਦੋਂ ਪਾਣੀ ਤਰਲ ਹੋਵੇ ਉਹ ਇੰਨਾ ਕਸ਼ਟ ਨਹੀਂ ਦਿੰਦਾ, ਪਰ ਪਾਣੀ ਜਦੋਂ ਬਰਫ਼ ਜੰਮ ਜਾਏ ਉਦੋਂ ਬਹੁਤ ਵੱਡਾ ਕਸ਼ਟ ਦਿੰਦਾ। ਕਿਸੇ ਜਗ੍ਹਾ 'ਤੇ ਲੋਕਾਂ ਦੀ ਭੀੜ ਨੂੰ ਖਦੇੜਨਾ ਹੋਵੇ, ਤੁਸੀਂ ਵੇਖਦੇ ਹੋ ਪੁਲਿਸ ਵਾਲੇ ਪਾਣੀ ਦੀਆਂ ਵਿਛਾੜਾਂ ਮਾਰਦੇ, ਕਿਉਂਕਿ ਪਾਣੀ ਨਾਲ ਕੋਈ ਬਹੁਤ ਗਹਿਰੀ ਚੋਟ ਨਹੀਂ ਹੋ ਸਕਦੀ। ਪਰ ਜਦੋਂ ਉਹੀਓ ਪਾਣੀ ਬਰਫ਼ ਜੰਮ ਜਾਏ, ਉਹ ਬਰਫ਼ ਚੁੱਕ ਕੇ ਕਿਸੇ ਦੇ ਮਾਰੋ ਤਾਂ ਉਹਨੂੰ ਬਹੁਤ ਵੱਡਾ ਕਸ਼ਟ ਦੁੱਖ ਹੈ। ਜਿੱਥੇ ਬਰਫ਼ ਠੰਡ ਦੇ ਰੂਪ ਵਿੱਚ ਕਸ਼ਟ ਦਿੰਦੀ ਹੈ, ਉੱਥੇ ਬਰਫ਼ ਜਿਹੜੀ ਹੈ ਉਹ ਪਾਣੀ ਜੰਮ ਗਿਆ, ਕਠੋਰ ਹੋ ਗਿਆ। ਕਠੋਰ ਹੋਈ ਚੀਜ਼ ਦੂਸਰੇ ਨੂੰ ਦੁੱਖ ਦੇਵੇਗੀ। ਕਠੋਰ ਹਿਰਦਾ ਕਿਸੇ ਦੂਜੇ ਦਾ ਹਿਰਦਾ ਦੁਖਾ ਸਕਦਾ ਹੈ। ਕਠੋਰ ਮਨ ਵਾਲਾ ਬੰਦਾ ਕਿਸੇ ਦੇ ਮਨ ਨੂੰ ਦੁੱਖ ਦੇ ਸਕਦਾ। ਇਸ ਲਈ ਪਾਤਸ਼ਾਹ ਨੇ ਜਦੋਂ ਧਰਮ ਦੀ ਉਪਜ ਗਈ, ਉਦੋਂ ਕਿਹਾ ਦਇਆ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੰਟ। ਧੌਲ ਧਰਮ ਦਇਆ ਕਾ ਪੂਤ। ਦਇਆ ਦਾ ਅਰਥ ਹੈ ਤਰਲ ਚੀਜ਼। ਕਿਸੇ ਉੱਤੇ ਮਨ ਪਿਘਲ ਜਾਣਾ, ਕਿਸੇ ਦੇ ਦੁੱਖ ਉੱਤੇ ਦਿਲ ਪਿਘਲ ਜਾਣਾ। ਕਠੋਰ ਮਨ ਜਿਹੜਾ ਹੈ ਉਹ ਦੂਜੇ ਦੇ ਦੁੱਖਾਂ 'ਤੇ ਤਰਸ ਨਹੀਂ ਕਰਦਾ।
ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕਹੇ, ਜੇ ਤੂੰ ਰੱਬ ਨੂੰ ਮਿਲਣਾ ਤੇ 4 ਸ਼ਲੋਕ ਇਕੱਠੇ ਹੀ ਆਉਂਦੇ ਨੇ। ਇੱਕ ਵਿੱਚ ਕਿਹਾ, ਰਸਤੇ ਦਾ ਰੋੜਾ ਹੋ ਜਾ ਭਾਈ, ਹੰਕਾਰ ਗਵਾ ਦੇ। ਤੇ ਫਿਰ ਹਜ਼ੂਰ ਨੇ ਕਿਹਾ, ਨਹੀਂ, ਰੋੜਾ ਵੀ ਕਿਸੇ ਨੂੰ ਦੁੱਖ ਦਿੰਦਾ ਹੈ, ਕਿਉਂਕਿ ਉਹ ਸਖਤ ਹੈ, ਕਠੋਰ ਹੈ। ਕਿਸੇ ਦੇ ਪੈਰ ਵਿੱਚ ਵੱਜ ਜਾਏ ਉਹਨੂੰ ਕਸ਼ਟ ਦੇ ਦਿੰਦਾ। ਕਿਸੇ ਦੇ ਪੈਰ ਭੋਏ ਉਹ ਰੋੜਾ ਆ ਜਾਏ ਤਾਂ ਉਹ ਬੰਦੇ ਨੂੰ ਦੁੱਖ ਦੇ ਸਕਦਾ। ਔਰ ਫਿਰ ਉਹ ਜਿਹੜਾ ਰਸਤੇ ਦਾ ਰੋੜਾ ਹੈ ਉਹ ਸਾਰਿਆਂ ਨਾਲ ਸਮਾਨ ਵਰਤਾਵ ਨਹੀਂ ਕਰਦਾ। ਗਰੀਬ ਬੰਦਾ ਜਿਹਨੇ ਪੈਰਾਂ ਵਿੱਚ ਜੋੜਾ ਨਹੀਂ ਪਾਇਆ ਉਹਦੇ ਚੋਟ ਜ਼ਿਆਦਾ ਵੱਜਦੀ ਹੈ। ਜਿਹਨੇ ਕੋਈ ਮਹਿੰਗੇ ਬੂਟ ਪਾਏ ਨੇ ਉਹਨੂੰ ਰੋੜਾ ਘੱਟ ਚੋਟ ਦਿੰਦਾ। ਕੋਈ ਮਹਿੰਗੀ ਗੱਡੀ ਰੋੜੇ ਤੋਂ ਲੰਘ ਜਾਏ ਇੰਨਾ ਦੁੱਖ ਨਹੀਂ। ਕੋਈ ਹਲਕਾ ਸਾਈਕਲ ਸਕੂਟਰ ਲੰਘ ਜਾਏ ਉਹ ਡਿੱਗ ਕੇ ਚੋਟ ਸੱਟ ਖਾਂਦਾ। ਇਸ ਲਈ ਹਜ਼ੂਰ ਕਹਿੰਦੇ ਨੇ, ਰੋੜੇ ਦਾ ਰੂਪ ਪ੍ਰਵਾਨ ਨਹੀਂ ਹੈ। ਭਾਵ ਤੂੰ ਕਠੋਰ ਬਣੇ, ਇਹ ਰੱਬ ਨੂੰ ਪ੍ਰਵਾਨ ਨਹੀਂ। ਤੇਰੀ ਕਠੋਰਤਾ ਕਰਕੇ ਤੂੰ ਰੱਬ ਤੋਂ ਦੂਰ ਹੋ ਸਕਦਾ ਹੈ। ਤਾਂ ਪਾਤਸ਼ਾਹ ਨੇ ਬਚਨ ਕਹੇ, ਰੱਬ ਨੂੰ ਮਿਲਣ ਦੀ ਪਹਿਲੀ ਸਟੇਜ ਹਜ਼ੂਰ ਕਹਿੰਦੇ ਨੇ, ਕਬੀਰ ਰੋੜਾ ਹੋਏ ਰੋ ਬਾਟਕਾ। ਰਸਤੇ ਦਾ ਰੋੜਾ ਬਣ ਨਿਮਰਤਾ 'ਚ। ਤਜ ਮਨ ਕਾ ਅਭਿਮਾਨ, ਕਿਉਂਕਿ ਰੋੜੇ ਵਿੱਚ ਇੱਕ ਖੂਬੀ ਹੈ ਵੀ ਰਸਤੇ ਦਾ ਰੋੜਾ ਅਭਿਮਾਨ ਵਿੱਚ ਥੋੜ੍ਹੀ ਪਿਆ। ਕੋਈ ਪੈਰ ਮਾਰ ਕੇ ਖੱਬੇ ਕਰਦਾ, ਸੱਜੇ ਕਰਦਾ, ਉਹਦੀ ਕੋਈ ਮਰਜ਼ੀ ਥੋੜ੍ਹੀ ਹੈ। ਪਰ ਉਹ ਇੱਕ ਕਸ਼ਟ ਜ਼ਰੂਰ ਦਿੰਦਾ ਹੈ, ਉਹ ਕਿਸੇ ਨੂੰ ਦੁੱਖ ਦੇ ਸਕਦਾ। ਤਾਂ ਹਜ਼ੂਰ ਨੇ ਬਚਨ ਕਹੇ, ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਫਿਰ ਹਜ਼ੂਰ ਨੇ ਕਿਹਾ, ਨਹੀਂ, ਇਹ ਗਲਤ ਹੈ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਕਿਸੇ ਰਾਹਗੀਰ ਨੂੰ ਦੁੱਖ ਦਿੰਦਾ, ਉਹਦੇ ਵਿੱਚ ਕਮੀ ਹੈ, ਘਾਟ ਹੈ। ਤਾਂ ਰੱਬ ਨੂੰ ਮਿਲਣ ਵਾਸਤੇ ਇਹ ਕਮੀ ਨਹੀਂ ਹੋਣੀ ਚਾਹੀਦੀ। ਤੂੰ ਕਿਸੇ ਨੂੰ ਦੁੱਖ ਦਵੇਂ, ਤੇਰਾ ਵਰਤਾਵ ਸਮਾਨ ਅੰਤਰ ਨਾ ਹੋਵੇ। ਐਸਾ ਕੋਈ ਦਾਸ ਹੋਏ, ਕਹਿੰਦੇ ਫਿਰ ਕਿਸ ਤਰ੍ਹਾਂ ਦਾ ਦਾਸ ਹੋਣਾ ਚਾਹੀਦਾ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਐਸਾ ਕੋਈ ਦਾਸ ਹੋਏ, ਜਿਉ ਧਰਨੀ ਮੈਂ ਖੇ। ਤੂੰ ਰੋੜੇ ਤੋਂ ਪਿਸ ਕੇ ਮਿੱਟੀ ਬਣ, ਖੇ ਬਣ, ਉਹਦੇ ਉੱਤੇ ਗਰੀਬ ਦਾ ਪੈਰ ਰੱਖਿਆ ਜਾਏ ਤਾਂ ਵੀ ਕੋਈ ਕਸ਼ਟ ਨਹੀਂ ਹੈ। ਅਮੀਰ ਬੰਦੇ ਦਾ ਪੈਰ ਰੱਖਿਆ ਜਾਏ ਤਾਂ ਵੀ ਕੋਈ ਕਸ਼ਟ ਨਹੀਂ ਹੈ। ਰੋੜਾ ਕਿਸੇ ਦੀ ਰੁਕਾਵਟ ਬਣਦਾ। ਮਿੱਟੀ, ਖਾਕ, ਧੂੜ ਜਿਹੜੀ ਹੈ ਉਹ ਰੁਕਾਵਟ ਥੋੜ੍ਹੀ ਪੈਦਾ ਕਰਦੀ, ਉਹ ਰਸਤਾ ਥੋੜ੍ਹੀ ਰੋਕਦੀ ਹੈ। ਖਾਕ ਕਿਸੇ ਨੂੰ ਦੁੱਖ ਨਹੀਂ ਦਿੰਦੀ। ਫਿਰ ਹਜ਼ੂਰ ਨੇ ਕਿਹਾ, ਨਹੀਂ, ਉਹਦੇ ਵਿੱਚ ਵੀ ਕਮੀ ਹੈ ਭਾਈ। ਜਦੋਂ ਹਵਾ ਵਗਦੀ ਹੈ, ਧੂੜ ਮਿੱਟੀ ਉੱਡਦੀ ਹੈ, ਉਹ ਖਾਕ ਮਿੱਟੀ ਵੀ ਕਿਸੇ ਦੇ ਵਸਤਰ ਜਿਹੜੇ ਉਹ ਮੈਲੇ ਕਰ ਦਿੰਦੀ। ਧੂੜ ਮਿੱਟੀ ਉੱਡ ਜਾਏ ਤਾਂ ਲੋਕ ਉਤੋਂ ਨਫ਼ਰਤ ਕਰਦੇ ਨੇ। ਇਸ ਲਈ ਖਾਕ ਵੀ ਨਾ ਬਣ, ਉਹਦੇ ਵਿੱਚ ਵੀ ਕਮੀ ਹੈ। ਮਿੱਟੀ ਵੀ ਉੱਡ ਕੇ ਕਿਸੇ ਦੇ ਕੱਪੜੇ ਗੰਦੇ ਕਰ ਦਿੰਦੀ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੇ ਅੰਗ। ਹਰ ਜਨ ਐਸਾ ਚਾਹੀਐ, ਜਿਉ ਪਾਣੀ ਸਰਬੰਗ। ਤੂੰ ਪਾਣੀ ਵਰਗਾ ਬਣ। ਪਾਣੀ ਤਰਲ ਪਦਾਰਥ ਹੈ, ਉਹ ਕਿਸੇ ਦੇ ਕੱਪੜੇ ਮੈਲੇ ਨਹੀਂ ਕਰਦਾ, ਉਹ ਦੂਜੇ ਦੀ ਮੈਲ ਧੋਂਦਾ। ਉਹਦੇ ਵਿੱਚ ਗੁਣ ਨੇ। ਪਾਣੀ ਜਿਹੜਾ ਹੈ ਉਹਦੇ ਵਿੱਚ ਬਹੁਤ ਗੁਣ ਨੇ। ਉਹ ਪਿਆਸ ਵੀ ਬੁਝਾਉਂਦਾ, ਮੈਲ ਵੀ ਧੋਂਦਾ, ਫਸਲਾਂ ਵੀ ਪਾਲਦਾ। ਪਹਿਲਾਂ ਪਾਣੀ ਜਿਉ ਹੈ, ਜੀਵਨ ਦਾ ਆਧਾਰ ਵੀ ਪਾਣੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਵਿਗਿਆਨੀ ਮੰਨਦੇ ਨੇ ਕਿ ਸਰੀਰ ਦੇ ਅੰਦਰ 70% ਪਾਣੀ ਹੈ। ਤਾਂ ਪਹਿਲਾਂ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਇਸ ਲਈ ਭਾਈ ਤੂੰ ਪਾਣੀ ਦੀ ਤਰ੍ਹਾਂ ਤਰਲ ਰਹਿ, ਪਰ ਉਪਕਾਰੀ ਬਣ ਕੇ ਰਹਿ। ਪਾਣੀ ਕਿਸੇ ਦੀ ਮੈਲ ਧੋਂਦਾ, ਕਿਸੇ ਨੂੰ ਮੈਲਾ ਨਹੀਂ ਕਰਦਾ। ਤੇਰਾ ਜੀਵਨ ਇਸ ਤਰ੍ਹਾਂ ਦਾ ਹੋਵੇ, ਤੂੰ ਕਿਸੇ ਨੂੰ ਦੋਸ਼ ਲਾਵੇਂ, ਕਿਸੇ ਨੂੰ ਮੈਲਾ ਨਾ ਕਰੇ, ਕਿਸੇ ਦੀ ਨਿੰਦਿਆ ਨਾ ਕਰੇ, ਕਿਸੇ ਦਾ ਔਗਣ ਧੋਵੇਂ।
ਫਿਰ ਤੂੰ ਰੱਬ ਨੂੰ ਮਿਲ ਸਕਦਾ। ਜੇ ਦੂਜਿਆਂ ਦੇ ਔਗਣ ਚਿਤਾਰਨੇ ਨੇ, ਨਿੰਦਿਆ ਕਰਨੀ ਹੈ, ਕਿਸੇ ਤੇ ਦੋਸ਼ ਲਾਉਣੇ ਨੇ, ਕਿਸੇ ਨੂੰ ਮਾੜਾ ਕਹਿਣਾ, ਫਿਰ ਤੂੰ ਰੱਬ ਨੂੰ ਨਹੀਂ ਮਿਲ ਸਕਦਾ। ਉਹਨੂੰ ਮਿਲਣ ਵਾਸਤੇ ਕੀ ਕਰ, ਪਾਣੀ ਦੀ ਤਰ੍ਹਾਂ, ਕਿਉਂਕਿ ਪਾਣੀ ਵਿੱਚ ਗੁਣ ਹੈ, ਉਹ ਮੈਲ ਧੋਂਦਾ ਹੈ। ਪਾਣੀ ਵਿੱਚ ਗੁਣ ਹੈ, ਉਹ ਕਿਸੇ ਤੇ ਪਰਉਪਕਾਰ ਕਰਦਾ, ਪਿਆਸ ਬੁਝਾਉਂਦਾ। ਪਾਣੀ ਤੋਂ ਫਸਲਾਂ ਦੀ ਉਪਜ ਹੁੰਦੀ ਹੈ। ਪਾਣੀ ਦਰਖਤਾਂ ਨੂੰ ਪੈਦਾਇਸ਼ ਦਿੰਦਾ, ਪਾਣੀ ਫਲਾਂ ਵਿੱਚ ਰਸ ਭਰਦਾ। ਇੰਨਾ ਪਰਉਪਕਾਰ ਜਿਸ ਦਿਨ ਤੇਰੇ ਜੀਵਨ ਵਿੱਚ ਆ ਜਾਏ, ਤੂੰ ਰੱਬ ਨੂੰ ਮਿਲਣ ਨੂੰ ਸਿੱਧਾ ਹੋ ਸਕਦਾ। ਫਿਰ ਹਜ਼ੂਰ ਨੇ ਕਿਹਾ ਇੱਕ ਕਮੀ ਰਹਿ ਜਾਂਦੀ ਹੈ। ਮਹਾਰਾਜ ਉਹ ਕੀ ਕਹਿੰਦੇ, ਪਾਣੀ ਵਿੱਚ ਵੀ ਇੱਕ ਕਮੀ ਹੈ। ਧੁੱਪੇ ਪਿਆ ਰਵੇ ਗਰਮ ਹੋ ਜਾਂਦਾ ਹੈ, ਸਰਦੀ ਵਿੱਚ ਠੰਡਾ ਹੋ ਕੇ ਬਰਫ਼ ਬਣ ਜਾਂਦਾ ਹੈ। ਫਰਿੱਜ ਵਿੱਚ ਰੱਖ ਦਿਓ ਜੰਮ ਜਾਂਦਾ ਹੈ, ਬਾਹਰ ਰੱਖ ਦਿਓ ਤਪ ਜਾਂਦਾ ਹੈ। ਸਰਦ ਤੇ ਗਰਮ ਰੁੱਤ ਦਾ ਅਸਰ ਹੁੰਦਾ ਹੈ ਪਾਣੀ ਉੱਤੇ। ਭਾਈ ਰੱਬ ਨੂੰ ਮਿਲਣ ਲਈ ਇਹ ਤੋਂ ਵੀ ਅੱਗੇ ਦੀ ਇੱਕ ਸਟੇਜ ਹੈ। ਉਹਨੂੰ ਮਹਾਰਾਜ ਨੇ ਕਿਹਾ, ਤੂੰ ਤਪੇ ਨਾ, ਤੂੰ ਬਹੁਤ ਠੰਡਾ ਨਾ ਹੋਵੇਂ। ਭਾਵ ਇਹ ਨਾ ਹੋਵੇ ਆਪਣੇ ਸਵਾਰਥ ਵਾਸਤੇ ਤੂੰ ਨਿਮਰਤਾ ਵਿੱਚ ਹੋਵੇਂ, ਸਵਾਰਥ ਲੰਘ ਜਾਏ, ਗਰੀਬਾਂ ਉੱਤੇ ਤੂੰ ਤਪਦਾ ਫਿਰੇ, ਕ੍ਰੋਧ ਕਰਦਾ ਫਿਰੇ। ਬਹੁਤ ਬੰਦੇ ਨੇ ਜਿਹੜੇ ਪਹਿਲਾਂ ਬਹੁਤ ਨਿਮਰਤਾ ਵਿੱਚ ਰਹਿੰਦੇ ਨੇ, ਜਦੋਂ ਚਾਰ ਛਿੱਲੜ ਅਮੀਰੀ ਆ ਜਾਂਦੀ ਹੈ, ਉਹੀ ਬੰਦੇ ਹੰਕਾਰੀ ਹੋ ਜਾਂਦੇ ਨੇ, ਕ੍ਰੋਧੀ ਹੋ ਜਾਂਦੇ ਨੇ। ਇਸ ਲਈ ਮਹਾਰਾਜ ਨੇ ਕਿਹਾ, ਰੱਬ ਨੂੰ ਮਿਲਣ ਲਈ ਫਿਰ ਰੱਬ ਵਰਗਾ ਹੀ ਹੋਣਾ ਪੈਣਾ। ਪਾਣੀ ਤੋਂ ਅੱਗੇ ਵੀ ਅਰਦਾਸ ਕਰ, ਪਰਮਾਤਮਾ ਦੇ ਸਾਰੇ ਗੁਣ ਤੇਰੇ ਵਿੱਚ ਆ ਜਾਣ, ਤੂੰ ਇੰਨੀ ਨਿਰਮਾਣਤਾ ਵਿੱਚ ਆ ਜਾਏ, ਅਮੀਰ ਹੋ ਕੇ ਵੀ ਕਿਸੇ ਗਰੀਬ ਦਾ ਭਲਾ ਕਰੇ। ਤਾਂ ਹਜ਼ੂਰ ਨੇ ਬਚਨ ਕਹੇ, ਕਬੀਰ ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਇਸ ਤਰ੍ਹਾਂ ਦਾ ਹੋਵੇ ਜਿਵੇਂ ਰੱਬ ਹੈ, ਰੱਬ ਵਰਗਾ ਹੀ ਹੋ ਜਾ, ਫਿਰ ਤੇਰਾ ਜੀਵਨ ਜਨਮ ਸਫਲ ਹੋ ਸਕਦਾ। ਅੱਜ ਪਾਤਸ਼ਾਹ ਨੇ ਬਚਨ ਕਹੇ, ਹਜ਼ੂਰ ਕਹਿੰਦੇ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ। ਭਾਈ ਜਿਨ੍ਹਾਂ ਨੂੰ ਰੱਬ ਨੇ ਆਪਣੇ ਗਲ ਨਾਲ ਲਾ ਲਿਆ, ਉਹਨਾਂ ਨੂੰ ਪੋਖ ਦੀ ਤੁਖਾਰ ਭਾਵ ਠੰਡ ਜਿਹੜੀ ਹੈ, ਉਹ ਨਹੀਂ ਉਹਨਾਂ ਨੂੰ ਵਰਤਦੀ। ਉਹ ਕੱਕਰ ਦੀ ਠੰਡ ਦੀ ਤਰ੍ਹਾਂ ਬਹੁਤ ਸਖਤ ਨਹੀਂ ਹੁੰਦੇ। ਉਹਨਾਂ ਦਾ ਜੀਵਨ ਜਿਹੜਾ ਹੈ ਉਹ ਬਹੁਤ ਤਰਲ ਰਹਿੰਦਾ, ਦੂਜਿਆਂ 'ਤੇ ਪਰਉਪਕਾਰੀ ਰਹਿੰਦੇ ਨੇ। ਕੰਠ ਮਿਲਿਆ ਹਰ ਨਾਹੁ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਗਲ ਨਾਲ ਲਾ ਲਿਆ, ਫਿਰ ਉਹਨਾਂ ਦਾ ਹਜ਼ੂਰ ਕਹਿੰਦੇ, ਮਨ ਵੇਦਿਆ ਚਰਨਾਰ ਬਿੰਦ। ਰੱਬ ਦੇ ਨਾਮ ਨਾਲ, ਚਰਨਾਂ ਨਾਲ ਮਨ ਵੇਦਿਆ ਗਿਆ, ਟਿਕ ਗਿਆ। ਇੱਕ ਹਜ਼ੂਰ ਨੇ ਬਚਨ ਕਿਹਾ, ਇੱਕ ਭੈਣ ਦੂਜੀ ਭੈਣ ਨੂੰ, ਸਤਸੰਗੀ ਨੂੰ ਪੁੱਛਦੀ ਹੈ, ਭੈਣੇ ਮੈਨੂੰ ਵੀ ਦੱਸੋ ਮਾਰਗ, ਕਿਸ ਮਾਰਗ 'ਤੇ ਤੁਰ ਕੇ ਉਹ ਪਿਆਰਾ ਖੁਸ਼ ਹੁੰਦਾ ਹੈ, ਮੈਨੂੰ ਉਹਦੀ ਦੱਸ ਪਾ, ਕਿਵੇਂ ਮੈਂ ਪ੍ਰਵਾਨ ਹੋਵਾਂ। ਤਾਂ ਪਹਿਲਾਂ ਸਵਾਲ ਕੀਤਾ, ਯਾਰ ਵੇ ਪਿਰ ਆਪਣ ਪਾਣਾ, ਕਿਸ ਨਿਸੀ ਛੰਦਾ। ਇਹ ਭੈਣੇ, ਇਹ ਸਹੇਲੀਏ, ਕਿਵੇਂ ਉਹ ਪਰਮਾਤਮਾ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਮੈਨੂੰ ਮਾਰਗ ਦੱਸ, ਕੀ ਗੁਣ ਹੋਣੇ ਚਾਹੀਦੇ ਨੇ। ਯਾਰ ਵੇ ਤੈ ਰਾਵਿਆ ਲਾਲਨ, ਮੂੰਹ ਦੱਸ ਦਸੰਦਾ। ਮੈਨੂੰ ਵੀ ਦੱਸ ਪਾ, ਉਹਦੇ ਘਰ ਦੀ ਖਬਰ ਦੇ, ਮੈਂ ਕੀ ਕਰਾਂ ਕਿ ਸੰਸਾਰ ਦੇ ਬੰਧਨਾਂ ਤੋਂ, ਦੁੱਖਾਂ, ਕਲ ਕਲੇਸ਼ਾਂ ਤੋਂ ਮੁਕਤ ਹੋ ਕੇ ਉਸ ਪਿਆਰੇ ਨੂੰ ਮਿਲਾਂ। ਤਾਂ ਫਿਰ ਜਵਾਬ ਕੀ ਮਿਲਿਆ, ਕਹਿੰਦੇ, ਲਾਲਨ ਤੈ ਪਾਇਆ ਆਪ ਗਵਾਇਆ, ਜੈ ਧਨ ਭਾਗ ਮਥਾਣੇ। ਭੈਣੇ, ਅਕਾਲ ਪੁਰਖ ਵਾਹਿਗੁਰੂ ਤਾਂ ਮਿਲਦਾ ਮੱਥੇ ਦੇ ਭਾਗ ਚੰਗੇ ਹੋਣ। ਕੋਈ ਆਪਾ ਗਵਾਦਾ, ਹੰਕਾਰ ਛੱਡਦਾ, ਹਉਮੈ ਛੱਡਦਾ। ਇਹ ਗੱਲ ਯਾਦ ਰੱਖੇ ਕਿ ਸਭ ਕੁਝ ਉਹਦਾ ਦਿੱਤਾ, ਸਰੀਰ ਵੀ ਉਹਦਾ, ਜਿੰਦ ਵੀ ਉਹਦੀ ਹੈ। ਸਰੀਰ ਬਲਸ਼ਾਲੀ ਹੋਵੇ, ਤੰਦਰੁਸਤ ਹੋਵੇ, ਸੋਹਣਾ ਹੋਵੇ ਤਾਂ ਮਾਣ ਹੰਕਾਰ ਨਾ ਕਰੇ। ਸੰਸਾਰ ਵਿੱਚ ਧਨ ਪਦਾਰਥ ਆ ਜਾਏ, ਮਾਣ ਹੰਕਾਰ ਨਾ ਕਰੇ, ਆਪਾਂ ਗਵਾ ਕੇ ਅਰਦਾਸ ਕਰੇ, ਫਿਰ ਪਰਮਾਤਮਾ ਸਦਾ ਹੀ ਆਪਣੇ ਨੇੜੇ ਰੱਖਦਾ। ਇਹ ਯਾਦ ਰਵੇ ਔਰ ਅਰਦਾਸ ਕਰੇ ਕਿ ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਸਰੀਰ ਤੇ ਜਿੰਦ ਵਾਹਿਗੁਰੂ ਤੇਰੀ ਹੈ।
ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਲਾਲਨ ਤੈ ਪਾਇਆ ਆਪ ਗਵਾਇਆ, ਜੈ ਤਨ ਭਾਗ ਮਥਾੜੇ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ, ਕਹਿੰਦੇ ਫਿਰ ਜਦੋਂ ਕੋਈ ਆਪਾ ਗਵਾ ਦੇ, ਮਸਤਕ ਦੇ ਭਾਗ ਜਾਗ ਜਾਣ, ਫਿਰ ਅਕਾਲ ਪੁਰਖ ਰੱਬ ਗੁਣ ਔਗਣ ਨਹੀਂ ਦੇਖਦਾ ਵੀ ਇਹਨੇ ਪਾਠ ਕਿੰਨੇ ਕੀਤੇ ਨੇ, ਇਹਨੇ ਪੁੰਨ ਕਿੰਨੇ ਕੀਤੇ ਨੇ, ਇਹਨੂੰ ਕਿੰਨੇ ਸਾਲ ਹੋ ਗਏ ਨੇ ਪੁੰਨ ਕਰਦਿਆਂ। ਤਾਂ ਹਜ਼ੂਰ ਨੇ ਬਚਨ ਕਹੇ, ਬਾਹਾਂ ਪਕੜ ਠਾਕੁਰ ਹੋ ਕੀਦੀ। ਰੱਬ ਫਿਰ ਬਾਹਾਂ ਪਕੜ ਕੇ ਆਪਣੇ ਨਾਲ ਜੋੜ ਲੈਂਦਾ, ਫਿਰ ਸੰਸਾਰ ਦੇ ਕਲ ਕਲੇਸ਼ਾਂ ਚੋਂ ਕੱਢ ਲੈਂਦਾ। ਗੁਣ ਅਵਗਣ ਨਾ ਪਛਾਣੇ, ਉਹ ਗੁਣ ਔਗਣ ਵੇਖਦਾ ਹੀ ਨਹੀਂ ਹੈ। ਇਹੀਓ ਗੱਲ ਹਜ਼ੂਰ ਨੇ ਅੱਜ ਕਹੀ, ਕੰਠ ਮਿਲਿਆ ਹਰ ਨਾਹ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹ। ਬਾਹਾਂ ਪਕੜ ਠਾਕੁਰ ਹੋ ਕੀਦੀ, ਗੁਣ ਅਵਗਣ ਨਾ ਪਛਾਣੇ। ਉਹ ਫਿਰ ਗੁਣ ਤੇ ਔਗਣ ਨਹੀਂ ਵੇਖਦਾ। ਜਦੋਂ ਕੋਈ ਮਹਾਨ ਅਹੰਕਾਰ ਛੱਡ ਕੇ ਅਰਦਾਸ ਕਰੇ, ਉਹ ਆਪਣੇ ਗਲ ਨਾਲ ਲਾ ਲੈਂਦਾ। ਮਨ ਵਿਦਿਆ ਦਾ ਅਰਥ ਹੈ ਟਿਕ ਜਾਂਦੇ ਨੇ। ਉਹ ਸੰਸਾਰ ਦੇ ਅੰਦਰ ਇੱਕ ਜਗ੍ਹਾ ਤੇ ਮਨ ਟਿਕ ਗਿਆ, ਟਿਕਾਓ ਵਿੱਚ ਆ ਗਿਆ। ਜਦੋਂ ਇੱਕ ਉੱਤੇ ਭਰੋਸਾ ਕੀਤਾ, ਫਿਰ ਪਾਤਸ਼ਾਹ ਨੇ ਬਚਨ ਕਹੇ, ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹ। ਉਸ ਮਾਲਕ ਦੀ ਸੇਵਾ ਦਾ ਲਾਹਾ ਪ੍ਰਾਪਤ ਹੋਇਆ ਉਹਨਾਂ ਨੂੰ। ਉਹਨੀ ਓਟ ਲੈ ਲਈ, ਆਸਰਾ ਲੈ ਲਿਆ, ਇੱਕ ਦੇ ਆਸਰੇ ਚੱਲਣ ਲੱਗ ਪਏ। ਰੱਬ ਨੂੰ ਫਿਰ ਉਹਨਾਂ ਦੀ ਲਾਜ ਹੋ ਗਈ ਵੀ ਭਾਈ ਇਹ ਮੇਰੇ ਆਸਰੇ ਬੈਠਾ। ਦੁਨਿਆਵੀ ਤੌਰ ਤੇ ਵੀ ਸਾਧ ਸੰਗਤ, ਤੁਸੀਂ ਦੋ ਥਾਂ ਤੇ ਆਸ ਰੱਖੋਗੇ, ਕੰਮ ਨਹੀਂ ਬਣੇਗਾ ਕਦੇ। ਇੱਕ ਜਗ੍ਹਾ ਤੇ ਆਸ ਰੱਖੀਏ ਤਾਂ ਉਹ ਕਾਰਜ ਬਣਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵਾਰ-ਵਾਰ ਸਾਨੂੰ ਉਪਦੇਸ਼ ਦਿੱਤਾ ਹੈ, ਆਸ ਇੱਕ ਤੇ ਰੱਖੀ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ, ਕਾਰਜ ਆਵੇ ਰਾਸ। ਤੂੰ ਇੱਕ ਤੇ ਆਸ ਰੱਖ ਕੇ ਚੱਲੀ, ਤੇਰਾ ਵਿਸ਼ਵਾਸ ਹੋਵੇ ਤਾਂ ਕੰਮ ਜ਼ਰੂਰ ਹੋਏਗਾ। ਡਾਕਟਰ ਕਿੰਨਾ ਵੀ ਮਹਿੰਗਾ ਹੋਵੇ, ਜੇ ਉਹਦੇ ਉੱਤੇ ਤੁਹਾਨੂੰ ਵਿਸ਼ਵਾਸ ਨਹੀਂ, ਉਹਦੀ ਦਵਾਈ ਅਸਰ ਹੀ ਨਹੀਂ ਕਰਦੀ। ਜੇ ਵਿਸ਼ਵਾਸ ਹੈ, ਫਿਰ ਉਹਦੀ ਦਿੱਤੀ ਦਵਾਈ ਵੀ ਅਸਰ ਕਰਨ ਲੱਗ ਪੈਂਦੀ। ਇਸ ਤਰ੍ਹਾਂ ਅਕਾਲ ਪੁਰਖ ਰੱਬ ਜਿਹੜਾ ਹੈ, ਸਾਧ ਸੰਗਤ, ਉਹ ਵਿਸ਼ਵਾਸ ਨਾਲ ਪਾਇਆ ਜਾਂਦਾ। ਜਦੋਂ ਵਿਸ਼ਵਾਸ ਹੈ, ਫਿਰ ਪਰਮਾਤਮਾ ਨਾਲ ਖਲੋਂਦਾ, ਫਿਰ ਉਹਨਾਂ ਨੂੰ ਡੋਲਣ ਨਹੀਂ ਦਿੰਦਾ। ਮਾਂ ਗੁਜਰੀ ਨੂੰ ਕਿੰਨਾ ਵੱਡਾ ਵਿਸ਼ਵਾਸ ਹੋਏਗਾ, ਆਪਣੇ ਦੋਵਾਂ ਪੋਤਰਿਆਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਲੈ ਕੇ ਰਹਿ ਕੇ ਕਸ਼ਟ ਤਸੀਹੇ ਠੰਡ ਵਿੱਚ ਚੱਲਦੇ ਰਹੇ, ਪਰ ਵਿਸ਼ਵਾਸ ਸੀ ਕਿ ਰੱਬ ਦੇ ਨਾਮ ਦਾ ਓਟ ਆਸਰਾ ਲਈਏ ਤਾਂ ਸੰਸਾਰ ਦੇ ਜ਼ੁਲਮ ਜਿਹੜੇ ਨੇ ਉਹ ਡੁਲਾ ਨਹੀਂ ਸਕਦੇ। ਕਿਸੇ ਨੇ ਆ ਕੇ ਪੁੱਛਿਆ, ਤੇਰੇ ਛੋਟੇ ਛੋਟੇ ਪੁੱਤਰੇ, ਇਹ ਤਾਂ ਖੇਡਣ ਦੀ ਉਮਰ ਹੈ, ਇਹ ਤਾਂ ਛੋਟੇ ਜਿਹੇ ਲਾਲਚ ਉੱਤੇ ਡੋਲ ਜਾਣਗੇ। ਬੱਚਿਆਂ ਨੂੰ ਤਾਂ ਕੋਈ ਖੇਡਣ ਖਾਣ ਦੀ ਚੀਜ਼ ਦੇ ਦਿਓ, ਉਹ ਭੁੱਲ ਜਾਂਦੇ ਨੇ ਘਰ ਮਾਂ ਪਿਓ ਨੂੰ। ਮਾਂ ਗੁਜਰੀ ਨੇ ਕਿਹਾ, ਮੈਨੂੰ ਵਿਸ਼ਵਾਸ ਹੈ ਉਸ ਗੁਰੂ ਉੱਤੇ, ਉਸ ਅਕਾਲ ਪੁਰਖ ਰੱਬ ਉੱਤੇ, ਜਿਨ੍ਹਾਂ ਦੀ ਰਹਿਮਤ ਨਾਲ ਇਹ ਬੱਚੇ ਪਾਲੇ ਗਏ ਨੇ। ਮੈਨੂੰ ਪਤਾ ਹੈ ਇਹਨਾਂ ਨੂੰ ਦੁਨੀਆ ਦਾ ਕੋਈ ਲਾਲਚ ਡੁਲਾ ਨਹੀਂ ਸਕਦਾ। ਇਤਿਹਾਸ ਕਹਿੰਦਾ, ਸੂਬੇਦਾਰ ਵਜ਼ੀਰ ਖਾਂ ਇੰਤਜ਼ਾਰ ਕਰਦਾ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਪਕੜੇ ਨੇ, ਕੱਲ੍ਹ ਵੇਖਾਂਗਾ ਉਹ ਕਿੱਡੇ ਕਿੱਡੇ ਨੇ। ਮਨ ਦੇ ਅੰਦਰ ਸੋਚਦਾ ਸ਼ਾਇਦ ਤਕੜੇ ਹੋਣਗੇ, ਕਿਉਂਕਿ ਖਬਰ ਮਿਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 2 ਪੁੱਤਰ ਔਰ ਬਿਰਧ ਮਾਤਾ ਗੁਜਰੀ ਜੀ ਪਕੜੇ ਗਏ ਨੇ। ਉਹਨੇ ਕਿਹਾ ਕੱਲ੍ਹ ਸਵੇਰੇ ਪੇਸ਼ ਕਰੋ ਕਚਹਿਰੀ ਵਿੱਚ। ਜਦੋਂ ਕਚਹਿਰੀ ਵਿੱਚ ਪੇਸ਼ ਕਰਨ ਦਾ ਹੁਕਮ ਕੀਤਾ, ਸਵੇਰੇ ਕਚਹਿਰੀ ਲੱਗੀ ਤਾਂ ਸੂਬੇਦਾਰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। ਮਾਂ ਗੁਜਰੀ ਨੇ ਲਿਜਾਣ ਵਾਲੇ ਸਿਪਾਹੀਆਂ ਨੂੰ ਕਿਹਾ, ਵੇ ਇਹਨਾਂ ਮਾਸੂਮ ਪੌਣੇ 7 ਸਾਲ ਪੌਣੇ 9 ਸਾਲ ਦੇ ਬੱਚਿਆਂ ਕੋਲੋਂ ਕੀ ਸਵਾਲ ਪੁੱਛਣਾ ਹੈ? ਇਹਨਾਂ ਦੀ ਉਮਰ ਕਚਹਿਰੀਆਂ ਵਿੱਚ ਜਾਣ ਦੀ ਨਹੀਂ। ਕੋਈ ਸਵਾਲ ਕਰਨਾ ਮੇਤੋਂ ਪੁੱਛੋ, ਕਚਹਿਰੀ ਵਿੱਚ ਪੇਸ਼ ਕਰਨਾ ਮੈਨੂੰ ਲੈ ਕੇ ਜਾਓ। ਨਿੱਕੇ ਨਿੱਕੇ ਮਾਸੂਮ ਬੱਚੇ,
ਇਹਨਾਂ ਦੀ ਉਮਰ ਕਚਹਿਰੀਆਂ ਵਿੱਚ ਤਰੀਕਾਂ ਭੁਗਤਣ ਦੀ ਨਹੀਂ। ਸਿਪਾਹੀਆਂ ਕਿਹਾ, ਮਾਤਾ ਸਾਨੂੰ ਸਿਰਫ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਪੇਸ਼ ਕਰਨ ਦਾ ਹੁਕਮ ਹੈ। ਇਹ ਹੁਕਮ ਹੈ ਵਜ਼ੀਰ ਖਾਨ ਦਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਪੇਸ਼ ਕੀਤਾ ਜਾਏ। ਤੋਰਨ ਲੱਗਿਆ ਆਪਣੇ ਦੋਵਾਂ ਪੋਤਿਆਂ ਦਾ ਮਸਤਕ ਚੁੰਮਿਆ, ਇੱਕੋ ਗੱਲ ਕਹੀ, ਬੇਟਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹੋ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰੇ ਹੋ। ਵੇਖਿਓ ਕਚਹਿਰੀ ਵਿੱਚ ਜਾ ਕੇ ਵਜ਼ੀਰ ਖਾਨ ਨੂੰ ਸਿਰ ਨਹੀਂ ਝੁਕਾਉਣਾ, ਸੀਸ ਸਿਰਫ ਅਕਾਲ ਪੁਰਖ ਅੱਗੇ ਝੁਕਾਉਣਾ ਹੈ, ਓਟ ਸਿਰਫ ਇੱਕ ਦੀ ਲੈਣੀ ਹੈ। ਕਿਸੇ ਵਜ਼ੀਰ ਖਾਨ ਅੱਗੇ ਸਿਰ ਨਾ ਝੁਕਾਇਓ, ਬੇਖੌਫ ਹੋ ਕੇ ਜਾਂਦਿਆਂ ਗੁਰੂ ਦੀ ਫਤਿਹ ਬੁਲਾਇਓ, ਜਾਓ ਤੁਹਾਡੀ ਜਿੱਤ ਹੋਏਗੀ, ਮੈਨੂੰ ਵਿਸ਼ਵਾਸ ਹੈ। ਤੋਰਨ ਲੱਗਿਆਂ ਅਰਦਾਸ ਕੀਤੀ, ਹੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪੋਤਿਆਂ ਦੀ ਲਾਜ ਰੱਖਿਓ, ਇਹ ਬੱਚਿਆਂ ਦੀ ਉਮਰ ਕਚਹਿਰੀਆਂ ਵਿੱਚ ਜਾਣ ਦੀ ਨਹੀਂ। ਜਦੋਂ ਕਚਹਿਰੀ ਵਿੱਚ ਪੇਸ਼ ਹੋਏ, ਵਜ਼ੀਰ ਖਾਨ ਵੇਖਦਿਆਂ ਸਾਰ ਉੱਚੀ ਉੱਚੀ ਹੱਸ ਪਿਆ ਤੇ ਹੱਸ ਕੇ ਕਹਿੰਦਾ, ਮੈਂ ਤਾਂ ਐਵੇਂ ਹੀ ਰਾਤ ਸੋਚਦਾ ਰਿਹਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਆਹ ਸਜ਼ਾ ਦੇਵਾਂਗਾ, ਆਹ ਸਜ਼ਾ ਦੇਵਾਂਗਾ। ਇਹ ਤੇ ਛੋਟੇ ਛੋਟੇ ਬੱਚੇ ਨੇ, ਇਹਨਾਂ ਨੂੰ ਸਜ਼ਾ ਦੇਣ ਦੀ, ਡਰਾਉਣ ਦੀ ਲੋੜ ਨਹੀਂ। ਇਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦਿਓ, ਇਹ ਤਾਂ 2 ਘੰਟਿਆਂ ਵਿੱਚ ਮਾਂ ਪਿਓ ਨੂੰ ਭੁੱਲ ਜਾਣਗੇ। ਇਹਨਾਂ ਨੂੰ ਖੇਡਣ ਲਈ ਖਿਡੌਣੇ ਦਿਓ, ਇਹ ਭੁੱਲ ਜਾਣਗੇ ਆਪਣੀ ਦਾਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਜਾਓ ਕਚਹਿਰੀ ਵਿੱਚੋਂ ਲੈ ਜਾਓ। ਵਜ਼ੀਰ ਖਾਨ ਨੂੰ ਨਹੀਂ ਸੀ ਪਤਾ, ਜਿਨ੍ਹਾਂ ਨੂੰ ਤੂੰ ਬੱਚੇ ਸਮਝਦਾ ਇਹ ਸਰੀਰ ਕਰਕੇ ਛੋਟੇ ਨੇ, ਅੰਦਰੋਂ ਜ਼ਮੀਰ ਕਰਕੇ ਉਸ ਅਕਾਲ ਪੁਰਖ ਨਾਲ ਜੁੜੇ ਹੋਏ ਨੇ। ਜਿਨ੍ਹਾਂ ਦੀ ਓਟ ਅਕਾਲ ਪੁਰਖ ਰੱਬ ਹੋਵੇ, ਉਹ ਕਦੇ ਛੋਟੇ ਨਹੀਂ ਹੁੰਦੇ, ਉਹ ਸਭ ਤੋਂ ਵੱਡੇ ਹੁੰਦੇ ਨੇ। ਉਹਨਾਂ ਨੂੰ ਉਮਰਾਂ ਕਰਕੇ ਨਹੀਂ ਮਿਣਿਆ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਜਿਹੜਾ ਰੱਬ ਦੀ ਓਟ ਲੈ ਲੈ, ਉਹਨੂੰ ਬਾਹਰੋਂ ਛੋਟਾ ਸਮਝਣਾ ਬਹੁਤ ਵੱਡਾ ਭੁਲੇਖਾ ਹੈ। ਉਹ ਤਾਂ ਪੂਰੀ ਸ੍ਰਿਸ਼ਟੀ ਦਾ ਰਾਜਾ ਹੁੰਦਾ ਹੈ, ਉਹਦੇ ਵਰਗੀ ਤਾਕਤ ਹੋਰ ਕਿਸੇ ਵਿੱਚ ਨਹੀਂ। ਜਿਹਨੇ ਰੱਬ ਦੀ ਓਟ ਲੈ ਲਈ, ਉਹਦੇ ਮਗਰ ਦੁਨੀਆ ਦੀ ਸਭ ਤੋਂ ਸਰਬ ਸ੍ਰੇਸ਼ਟ ਤਾਕਤ, ਰੱਬ ਦੀ ਤਾਕਤ ਕੰਮ ਕਰਦੀ। ਵਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨ ਪਤ ਨ ਆਦਰੋ ਧਿਆਨ ਪਰ ਮਿੰਨਾ, ਮਿੱਤਰ ਨ ਇਠ ਤਨ ਰੂਪਹੀਣ ਕੇ ਸਾਕ ਨ ਸਿੰਨਾ। ਤੇ ਜਿਹਨੇ ਰੱਬ ਦੀ ਓਟ ਲੈ ਲਈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਸਰੀਰ ਛੋਟੇ ਸਨ, ਉਮਰ ਛੋਟੀ ਸੀ, ਪਰ ਓਟ ਪਤਾ ਕਿਹਦੀ ਹੈ? ਸਭ ਤੋਂ ਵੱਡੇ ਅਕਾਲ ਪੁਰਖ ਦੀ। ਉਹ ਅਕਾਲ ਪੁਰਖ ਜਿਹਨੇ ਪੂਰੇ ਜਲ ਤੇ ਥਲ ਨੂੰ, ਮਈਲ ਨੂੰ ਸਹਾਰਾ ਦਿੱਤਾ ਹੋਇਆ, ਉਹ ਅਕਾਲ ਪੁਰਖ ਜਿਹੜਾ ਸਭ ਤੋਂ ਵੱਡਾ ਹੈ। ਅੱਜ ਕਹਿੰਦੇ ਨੇ ਵਜ਼ੀਰ ਖਾਨ ਨੂੰ ਭੁਲੇਖਾ ਪਿਆ। ਉਹਨੇ ਦੋਵਾਂ ਸਾਹਿਬਜ਼ਾਦਿਆਂ ਵੱਲ ਵੇਖ ਕੇ ਹੱਸ ਕੇ ਕਿਹਾ, ਜਾਓ ਇਹਨਾਂ ਨੂੰ ਖਾਣ ਤੇ ਖੇਡਣ ਦੀਆਂ ਚੀਜ਼ਾਂ ਦਿਓ, ਇਹ ਤਾਂ ਹੁਣੇ ਭੁੱਲ ਜਾਣਗੇ। ਦੋਵਾਂ ਸਾਹਿਬਜ਼ਾਦਿਆਂ ਨੂੰ ਲੈ ਗਏ, ਖਾਣ ਦੇ ਪਦਾਰਥ ਮੋਹਰੇ ਰੱਖੇ। ਭਾਵੇਂ 2 ਦਿਨ ਦੀ ਭੁੱਖ ਸੀ ਪੇਟ ਵਿੱਚ, ਪਰ ਕਿਸੇ ਪਦਾਰਥ ਨੂੰ ਹੱਥ ਨਹੀਂ ਲਾਇਆ। ਕਿਉਂ? ਮਨ ਅੰਦਰ ਇੱਕੋ ਹੀ ਚੀਜ਼ ਹੈ, ਠੰਡੇ ਬੁਰਜ ਵਿੱਚ ਸਾਡੀ ਦਾਦੀ ਭੁੱਖੀ ਬੈਠੀ, ਅਸੀਂ ਕਿੱਥੋਂ ਖਾ ਲਈ। ਖਿਡੌਣੇ ਦਿੱਤੇ, ਕਿਸੇ ਖਿਡੌਣੇ ਵੱਲ ਮੂੰਹ ਨਾ ਕੀਤਾ। ਇਤਿਹਾਸ ਕਹਿੰਦਾ ਅਚਾਨਕ ਇੱਕ ਖਿਡੌਣਿਆਂ ਵੱਲ ਨਜ਼ਰ ਪਈ, ਭੱਜ ਕੇ ਜਾ ਕੇ ਚੁੱਕ ਲਿਆ। ਉਹ ਤੀਰ ਕਮਾਨ ਸਨ, ਛੋਟੀਆਂ ਛੋਟੀਆਂ ਤਲਵਾਰਾਂ ਸਨ। ਦੋਵੇਂ ਸਾਹਿਬਜ਼ਾਦੇ ਲੱਕੜ ਦੀਆਂ ਛੋਟੀਆਂ ਤਲਵਾਰਾਂ ਨਾਲ ਖੇਡਦੇ ਰਹੇ, ਤੀਰ ਕਮਾਨ ਨਾਲ ਖੇਡਦੇ ਰਹੇ। ਬਾਬਾ ਫਤਿਹ ਸਿੰਘ ਤੀਰ ਚਲਾਉਂਦੇ ਨੇ, ਬਾਬਾ ਜ਼ੋਰਾਵਰ ਸਿੰਘ ਚੁੱਕ ਕੇ ਲਿਆਉਂਦੇ ਨੇ। ਦੁਪਹਿਰ ਲੰਘੀ, ਘੜਿਆਲ ਵੱਜੀ, ਫਿਰ ਕਚਹਿਰੀ ਲੱਗ ਗਈ, ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਏ। ਜਦੋਂ ਸਾਹਿਬਜ਼ਾਦੇ ਪੇਸ਼ ਕੀਤੇ, ਵਜ਼ੀਰ ਖਾਨ ਮਾਣ ਨਾਲ ਪੁੱਛਦਾ, ਹਾਂ ਬਈ ਇਹਨਾਂ ਕੁਝ ਖਾਧਾ? ਸਿਪਾਹੀਆਂ ਕਿਹਾ, ਜੀ ਨਹੀਂ, ਕੋਈ ਪਦਾਰਥ ਚੱਖਿਆ ਨਹੀਂ, ਅਸੀਂ ਬੜਾ ਕੁਝ ਮੋਹਰੇ ਰੱਖਿਆ, ਕਿਸੇ ਮਿੱਠੇ ਮਠਿਆਈ ਵੱਲ ਇਹਨਾਂ ਮੂੰਹ ਨਹੀਂ ਕੀਤਾ। ਕਹਿਣਗੇ ਕੋਈ ਖਿਡੌਣੇ? ਤਾਂ ਸਾਹਿਬਜ਼ਾਦਿਆਂ ਵੱਲ ਵੇਖ ਕੇ ਸਿਪਾਹੀ ਬੋਲੇ, ਜੀ ਆਹ 2-2 ਖਿਡੌਣੇ ਚੁੱਕੇ ਨੇ, ਤੀਰ ਕਮਾਨ ਤੇ ਲੱਕੜ ਦੀਆਂ ਛੋਟੀਆਂ ਛੋਟੀਆਂ ਤਲਵਾਰਾਂ ਚੁੱਕ ਲਈਆਂ ਨੇ, ਇਹਨਾਂ ਨਾਲ ਹੀ ਖੇਡਦੇ ਰਹੇ। ਵਜ਼ੀਰ ਖਾਨ ਮਜ਼ਾਕ ਉਡਾ ਕੇ ਕਹਿੰਦਾ, ਓਏ ਬੱਚਿਓ, ਇਹ ਲੱਕੜ ਦੀਆਂ ਤਲਵਾਰਾਂ ਨਾਲ ਕੀ ਕਰੋਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਕਿੰਨੀ ਓਟ, ਕਿੰਨਾ ਸਹਾਰਾ, ਕਿੰਨੀ ਤਾਕਤ ਹੋਏਗੀ।
ਪੌਣੇ 7 ਸਾਲ ਪੌਣੇ 9 ਸਾਲ ਦੀ ਤਕਰੀਬਨ ਉਮਰ ਹੈ। ਤਿੱਖੀ ਗਰਜਵੀਂ ਆਵਾਜ਼ ਵਿੱਚ ਕਿਹਾ, ਸੂਬੇਦਾਰ ਵਜ਼ੀਰ ਖਾਨ, ਸਾਨੂੰ ਛੋਟੇ ਨਾ ਸਮਝ, ਤੂੰ ਕਹਿੰਦਾ ਲੱਕੜ ਦੀਆਂ ਤਲਵਾਰਾਂ ਨਾਲ ਕੀ ਕਰੋਗੇ? ਇੱਕ ਵਾਰ ਛੱਡ ਕੇ ਵੇਖ, ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ, ਲੱਕੜ ਦੀ ਤਲਵਾਰ ਨਾਲ ਵੀ ਤੇਰਾ ਸਿਰ ਵੱਢ ਦਿਆਂਗੇ। ਇੰਨਾ ਕੁਝ ਵੇਖ ਕੇ ਵਜ਼ੀਰ ਖਾਂ ਸੁਣ ਕੇ ਹੈਰਾਨ ਹੁੰਦਾ ਹੈ, ਇੰਨੀ ਛੋਟੀ ਉਮਰ, ਇੰਨੇ ਬੁਲੰਦ ਹੌਸਲੇ, ਇਹਨਾਂ ਦੇ ਪਿੱਛੇ ਕੌਣ ਕੰਮ ਕਰ ਰਿਹਾ? ਨਿੱਕੀਆਂ ਜਿੰਦਾਂ ਵੱਡੇ ਸਾਕੇ, ਇੱਕੋ ਹੀ ਅਰਥ ਨਿਕਲਿਆ ਕਿ ਓਟ ਗੋਬਿੰਦ ਗੋਪਾਲ ਰਾਏ, ਉਸ ਰੱਬ ਦੀ ਓਟ ਮਗਰ ਖੜੀ ਹੈ। ਸਭ ਤੋਂ ਵੱਡੇ ਧਰਤੀ ਦੇ ਪ੍ਰਤਪਾਲਕ ਗੋਪਾਲ ਗੋਬਿੰਦ ਪਰਮੇਸ਼ਰ ਪਰਮਾਤਮਾ ਦੀ ਓਟ ਹੈ। ਜਿਹੜੇ ਉਹਦੀ ਓਟ ਲੈ ਕੇ ਚੱਲਦੇ ਨੇ, ਉਹਨਾਂ ਨੂੰ ਸੇਵਾ ਦਾ ਲਾਹਾ ਮਿਲਦਾ ਹੈ, ਉਹਨਾਂ ਨੂੰ ਤੋਟਾ ਨਹੀਂ ਕਦੇ ਵੀ ਹੁੰਦਾ। ਵਿਖਿਆ ਪੋ ਨਾ ਸਕਈ, ਮਿਲ ਸਾਧੂ ਗੁਣ ਗਾਹੋ। ਜਿਹੜੇ ਗੁਰੂ ਨੂੰ ਮਿਲ ਕੇ ਗੁਣ ਗਾਉਂਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਸੰਸਾਰ ਦੇ ਦੁੱਖ, ਕੱਲ ਕਲੇਸ਼, ਵਿਖਿਆ ਜ਼ਹਿਰ ਉਹਨਾਂ ਨੂੰ ਪੋ ਨਹੀਂ ਸਕਦੀ। ਸੰਸਾਰ ਦੇ ਕੱਲ ਕਲੇਸ਼ ਦੁੱਖ ਉਹਨਾਂ ਦੇ ਨੇੜੇ ਨਹੀਂ ਆਉਂਦੇ। ਉਹ ਸੰਸਾਰ ਦੇ ਵਿਕਾਰਾਂ ਤੋਂ ਦੂਰ ਰਹਿੰਦੇ ਨੇ। ਦੁਨੀਆ ਦੇ ਵਿਕਾਰਾਂ ਵਿੱਚ ਰਹਿੰਦਿਆਂ ਵੀ ਗੁਰੂ ਉਹਨਾਂ ਨੂੰ ਬਚਾ ਕੇ ਰੱਖਦਾ ਹੈ। ਕਿਉਂ? ਭਾਈ ਉਹਨਾਂ ਨੇ ਗੁਰੂ ਨੂੰ ਮਿਲ ਕੇ ਗੁਣ ਗਾਣੇ ਸ਼ੁਰੂ ਕਰਤੇ ਨੇ। ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਐਂਟੀਵਾਇਰਸ ਸੌਫਟਵੇਅਰ ਗੁਰੂ ਨੇ ਦੇ ਦਿੱਤਾ ਹੈ, ਹੁਣ ਕਿਸੇ ਤਰ੍ਹਾਂ ਦੀ ਵਾਇਰਸ ਉਹਨਾਂ 'ਤੇ ਕੰਮ ਨਹੀਂ ਕਰ ਸਕਦਾ, ਕਿਸੇ ਤਰ੍ਹਾਂ ਦਾ ਵਾਇਰਸ ਉਹਨਾਂ ਉੱਤੇ ਅਸਰ ਨਹੀਂ ਕਰ ਸਕਦਾ। ਉਹਨਾਂ ਦੀ ਸੁਰਤ, ਸਰੀਰ ਇਹਨਾਂ ਚੀਜ਼ਾਂ ਤੋਂ ਉੱਪਰ ਰਹਿੰਦਾ ਹੈ। ਮੈਂ ਕਈ ਵਾਰ ਇਹ ਬੇਨਤੀ ਲਾਈਵ ਕਥਾ ਵਿੱਚ ਕਹੀ, ਤੁਸੀਂ ਤਕਰੀਬਨ ਹੁਣ ਸਾਰੇ ਜਹਾਜ਼ਾਂ ਵਿੱਚ ਸਫ਼ਰ ਕਰਦੇ ਹੋ। ਜਦੋਂ ਸੈਂਕੜੇ ਫੀਟ ਜਹਾਜ਼ ਧਰਤੀ ਤੋਂ ਆਕਾਸ਼ ਵਿੱਚ ਚਲਿਆ ਜਾਂਦਾ ਹੈ, ਉਦੋਂ ਜੋ ਕੁਝ ਧਰਤੀ 'ਤੇ ਹੋ ਰਿਹਾ ਹੈ ਉਹ ਜਹਾਜ਼ ਉੱਤੇ ਅਸਰ ਨਹੀਂ ਕਰਦਾ। ਜਦੋਂ ਜਹਾਜ਼ ਧਰਤੀ ਤੋਂ ਟੇਕ ਆਫ ਹੁੰਦਾ ਹੈ, ਉਦੋਂ ਪਾਇਲਟ ਕਹਿੰਦਾ ਵੀ ਆਪੋ ਆਪਣੀ ਸੀਟ 'ਤੇ ਬੈਠ ਜਾਓ, ਸੀਟ ਬੈਲਟ ਲਾ ਲਓ। ਕਿਸੇ ਬੰਦੇ ਨੂੰ ਉੱਠ ਕੇ ਤੁਰਨ ਫਿਰਨ ਦੀ ਇਜਾਜ਼ਤ ਨਹੀਂ ਹੈ। ਇੱਥੋਂ ਤੱਕ ਜਿਹੜਾ ਵਿੱਚ ਕਰੂਜ਼ ਕੰਮ ਕਰਦਾ, ਏਅਰ ਹੋਸਟਸ ਕੰਮ ਕਰਦੀਆਂ ਨੇ, ਉਹਨਾਂ ਨੂੰ ਵੀ ਹਦਾਇਤ ਹੁੰਦੀ ਵੀ ਆਪਣੀ ਸੀਟ 'ਤੇ ਬੈਠੋ, ਸੀਟ ਬੈਲਟ ਲਾਓ। ਔਰ ਜਦੋਂ ਸੈਂਕੜੇ ਫੀਟ ਜਹਾਜ਼ ਧਰਤੀ ਤੋਂ ਉੱਪਰ ਚਲਿਆ ਜਾਂਦਾ ਹੈ, ਫਿਰ ਪਾਇਲਟ ਕਹਿ ਦਿੰਦਾ ਵੀ ਹੁਣ ਤੁਸੀਂ ਤੁਰ ਫਿਰ ਸਕਦੇ ਹੋ। ਕਿਉਂ? ਕਿਉਂਕਿ ਧਰਤੀ ਦੀ ਗੁਰਤਾ ਆਕਰਸ਼ਣ ਤੋਂ ਜਹਾਜ਼ ਉੱਪਰ ਉੱਠ ਗਿਆ। ਜਿੱਥੋਂ ਤੱਕ ਧਰਤੀ ਦੀ ਗੁਰਤਾ ਆਕਰਸ਼ਣ ਸੀ, ਉਹ ਟੇਕ ਆਫ ਹੋ ਕੇ ਉਸ ਸਤਹ ਵਿੱਚ ਚਲਾ ਗਿਆ ਜਿੱਥੇ ਧਰਤੀ ਦੀ ਗੁਰਤਾ ਆਕਰਸ਼ਣ ਮੁੱਕ ਗਈ ਹੈ। ਹੁਣ ਜੋ ਧਰਤੀ 'ਤੇ ਵਰਤ ਰਿਹਾ ਉਹ ਜਹਾਜ਼ ਉੱਤੇ ਅਸਰ ਨਹੀਂ ਹੋਏਗਾ। ਬਹੁਤ ਵਾਰ ਤੁਸੀਂ ਵੇਖੋਗੇ ਧਰਤੀ 'ਤੇ ਮੀਂਹ ਪੈਂਦਾ ਹੁੰਦਾ ਹੈ, ਆਕਾਸ਼ ਵਿੱਚ ਜਹਾਜ਼ ਸੁੱਕਾ ਰਹਿੰਦਾ ਹੈ, ਉਹਦੇ ਉੱਤੇ ਬਾਰਿਸ਼ ਨਹੀਂ ਹੁੰਦੀ। ਜੋ ਧਰਤੀ 'ਤੇ ਹੋ ਰਿਹਾ ਹੈ ਉਹ ਸੈਂਕੜੇ ਫੀਟ ਆਕਾਸ਼ ਵਿੱਚ ਉੱਚੇ ਜਹਾਜ਼ ਉੱਤੇ ਕੋਈ ਅਸਰ ਨਹੀਂ ਪਾਉਂਦਾ। ਇੱਦਾਂ ਜਦੋਂ ਕਿਸੇ ਦੀ ਸੁਰਤ ਵਾਹਿਗੁਰੂ ਨਾਲ, ਸ਼ਬਦ ਨਾਲ ਜੁੜਨ ਲੱਗ ਪੈਂਦੀ ਹੈ, ਜੋ ਸੰਸਾਰ ਵਿੱਚ ਹੁੰਦਾ ਹੈ ਤੁਹਾਡੇ ਸੁਰਤ ਔਰ ਸਰੀਰ ਉੱਤੇ ਅਸਰ ਨਹੀਂ ਹੋਏਗਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਤੁਹਾਡਾ ਤਜਰਬਾ ਰਹਿਣਾ। ਬੰਦਾ ਦੁਨੀਆ ਵਿੱਚ ਹੋਰ ਤਜਰਬਿਆਂ ਵਿੱਚ ਗੁਆਚਿਆ ਰਹਿੰਦਾ ਹੈ, ਰੱਬ ਦੇ ਘਰ ਦਾ ਕੋਈ ਤਜਰਬਾ ਨਹੀਂ ਕਰਦਾ। ਮਾਨਸਿਕ ਤੌਰ 'ਤੇ ਤੁਹਾਨੂੰ ਕ੍ਰੋਧ, ਗੁੱਸਾ ਉਦੋਂ ਹੀ ਆਉਂਦਾ ਹੈ ਜਦੋਂ ਗੱਲ ਮਨ ਉੱਤੇ ਲੱਗ ਜਾਏ। ਜੇ ਮਨ ਉੱਤੇ ਅਸਰ ਨਹੀਂ, ਤੁਹਾਨੂੰ ਉੱਤੇ ਵੀ ਕੋਈ ਅਸਰ ਨਹੀਂ। ਜਿਹੜੀ ਗੱਲ ਮਨ ਨੂੰ ਦੁਖੀ ਕਰੇ ਉਹ ਤੁਹਾਨੂੰ ਕ੍ਰੋਧ ਆਉਂਦੀ ਹੈ। ਕਈ ਵਾਰ ਗੱਲ ਕੀਤਿਆਂ ਘੰਟੇ ਗੁਜ਼ਰ ਜਾਂਦੇ ਨੇ, ਘੰਟਿਆਂ ਬਾਅਦ ਤੁਹਾਨੂੰ ਗੱਲ ਚੇਤੇ ਆਉਂਦੀ ਹੈ, ਫਿਰ ਗੁੱਸੇ ਵਿੱਚ ਆ ਜਾਂਦੇ ਹੋ। ਕਿਉਂ? ਜਦੋਂ ਗੱਲ ਸੁਣੀ ਸੀ ਉਦੋਂ ਮਨ 'ਤੇ ਲੱਗੀ ਨਹੀਂ, ਮਨ ਨੇ ਵਿਚਾਰਿਆ ਹੀ ਨਹੀਂ ਉਹਨੂੰ। ਜਦੋਂ ਮਨ ਨੇ ਵਿਚਾਰ ਕੀਤੀ ਫਿਰ ਉਹਦਾ ਅਸਰ ਤਨ ਉੱਤੇ ਵੀ ਹੋਇਆ। ਇਸ ਤਰ੍ਹਾਂ ਜਿਹੜੀ ਚੀਜ਼ ਦਾ ਅਸਰ ਸੁਰਤ ਉੱਤੇ ਹੈ ਉਹਦਾ ਸਰੀਰ ਉੱਤੇ ਵੀ ਅਸਰ ਹੁੰਦਾ ਹੈ। ਕੋਈ ਸਰੀਰ ਕਰਕੇ ਬੰਦਾ, ਉਹਦਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਏ ਤਾਂ ਡਾਕਟਰ ਕਹਿੰਦਾ ਭਾਈ ਤੈਨੂੰ ਕੋਈ ਚਿੰਤਾ ਪਰੇਸ਼ਾਨੀ ਹੈ। ਹੁਣ ਤਾਂ ਵਿਗਿਆਨ ਨੇ ਮੰਨ ਲਿਆ, ਮੈਡੀਕਲ ਸਾਇੰਸ ਨੇ, 80% ਸਰੀਰ ਵਿੱਚ ਸ਼ੂਗਰ ਦੇ ਵਧਣ ਦਾ ਕਾਰਨ ਹੀ ਮਨੁੱਖ ਦੀ ਮਾਨਸਿਕ ਚਿੰਤਾ ਹੈ, ਟੈਨਸ਼ਨ ਹੈ। ਜਿਹੜੀ ਚੀਜ਼ ਦਾ ਅਸਰ ਸੁਰਤ ਉੱਤੇ ਹੈ ਉਹਦਾ ਸਰੀਰ ਉੱਤੇ ਵੀ ਹੁੰਦਾ ਹੈ। ਪਾਤਸ਼ਾਹ ਨੇ ਬਚਨ ਕਹੇ
ਭਾਈ ਵਿਖਿਆ ਪੋ ਨਾ ਸਕਈ, ਤੈਨੂੰ ਸੰਸਾਰ ਦੀ ਜ਼ਹਿਰ, ਦੁੱਖ, ਕਲ, ਕਲੇਸ਼, ਵਿਕਾਰ, ਬੁਰੇ ਔਗਣ ਇਹ ਪੋ ਨਹੀਂ ਸਕਣਗੇ। ਕਦੋਂ? ਮਿਲ ਸਾਧੂ ਗੁਣ ਗਾਹੋ, ਗੁਰੂ ਨੂੰ ਮਿਲ ਕੇ ਸੁਰਤ ਕਰਕੇ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਤੇਰੇ ਸਰੀਰ ਵੀ ਤੰਦਰੁਸਤ ਰਹੇਗਾ, ਸੁਰਤ ਵੀ ਤੰਦਰੁਸਤ ਰਹੇਗੀ। ਅੱਗੇ ਹਜ਼ੂਰ ਨੇ ਬਚਨ ਕਹੇ, ਜੈ ਤੇ ਉਪਜੀ ਤੈ ਮਿਲੀ, ਸੱਚੀ ਪ੍ਰੀਤ ਸਮਾਹੋ। ਭਾਈ ਜਿੱਥੋਂ ਸੁਰਤ ਆਤਮਾ ਜੀਵ ਦੀ ਪੈਦਾਇਸ਼ ਹੋਈ ਹੈ, ਤੇਰੀ ਆਤਮਾ ਪਰਮਾਤਮਾ ਨਾਲ ਮਿਲ ਜਾਏਗੀ, ਤੇਰੀ ਸੁਰਤ ਦੀ ਮਹਿਲ ਉਤਰ ਜਾਏਗੀ। ਪਰ ਤੂੰ ਸੁਰਤੀ ਕਰਕੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹਜ਼ੂਰ ਨੇ ਬਹੁਤ ਸਾਦੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ। ਸੰਸਾਰ ਵਿੱਚ ਸੁਭਾਵਿਕ ਹੈ, ਜਿਹੜੀ ਦੁਨੀਆ ਵਿੱਚ ਆਪਾਂ ਰਹਿੰਦੇ ਹਾਂ, ਮਨ ਕਰਕੇ ਮੈਲੇ ਹੋ ਜਾਣਾ, ਮਨ ਕਰਕੇ ਕ੍ਰੋਧ, ਈਰਖਾ, ਦਵੈਸ਼, ਕਲ, ਕਲੇਸ਼, ਕਿਉਂਕਿ ਜਿਸ ਤਰ੍ਹਾਂ ਦੀ ਦੁਨੀਆ ਵਿੱਚ ਰਹਿੰਦੇ ਉਸ ਤਰ੍ਹਾਂ ਦਾ ਅਸਰ ਹੁੰਦਾ ਹੈ। ਜਿਸ ਤਰ੍ਹਾਂ ਦੇ ਵੈਦਰ ਵਿੱਚ ਰਹਿੰਦੇ ਹੋ ਉਹ ਤੁਹਾਡੇ ਸਰੀਰ ਉੱਤੇ ਇਫੈਕਟ ਕਰਦਾ ਹੈ, ਔਰ ਕੁਦਰਤ ਨੇ ਨਿਯਮ ਬਣਾਇਆ ਹੋਇਆ ਹੈ, ਉਹਦੇ ਮੁਤਾਬਕ ਸਭ ਕੋਈ ਢਾਲ ਦਿੰਦਾ ਹੈ। ਬੜੀ ਕਮਾਲ ਦੀ ਗੱਲ ਹੈ। ਸਰਦੀਆਂ ਆਉਂਦੀਆਂ ਨੇ, ਤੁਸੀਂ ਵੇਖੋ ਤੁਹਾਡੇ ਮੂੰਹ ਦੇ ਵਿੱਚੋਂ ਅੰਦਰੋਂ ਇੱਕ ਸਟੀਮ ਦੇ ਰੂਪ ਵਿੱਚ ਭਾਫ਼ ਨਿਕਲਦੀ ਹੈ ਗਰਮ। ਕੁਦਰਤ ਵੈਦਰ ਦੇ ਅਨੁਸਾਰ ਸਰੀਰ ਬਣਾ ਦਿੰਦੀ ਹੈ। ਗਰਮੀਆਂ ਵਿੱਚ ਇਸ ਤਰ੍ਹਾਂ ਹਵਾ ਨਹੀਂ ਨਿਕਲਦੀ ਅੰਦਰੋਂ। ਸਰਦੀ ਦੇ ਮੁਤਾਬਕ ਰੱਬ ਨੇ ਅੰਦਰੋਂ ਸਰੀਰ ਗਰਮੈਸ਼ ਦੇ ਦਿੱਤੀ। ਇੱਦਾਂ ਸਾਧ ਸੰਗਤ ਜੋ ਬਾਹਰ ਵਰਤਦਾ ਉਹਦਾ ਅਸਰ ਸਰੀਰ ਉੱਤੇ ਹੁੰਦਾ ਹੈ। ਬਾਹਰੀ ਤੌਰ ਤੇ ਤੁਸੀਂ ਕੋਈ ਕੰਮ ਨਾ ਕਰੋ, 24 ਘੰਟਿਆਂ ਵਿੱਚ ਕੱਪੜੇ ਮੈਲੇ ਹੋ ਜਾਂਦੇ ਨੇ। 24 ਘੰਟਿਆਂ ਬਾਅਦ ਤੁਹਾਡਾ ਤਨ ਮਹਿਸੂਸ ਕਰਦਾ ਕਿ ਇਸ਼ਨਾਨ ਕਰਨਾ ਚਾਹੀਦਾ। ਇੱਦਾਂ ਸਰੀਰ ਦੇ ਨਾਲ ਸੁਰਤ ਹੈ। ਕੋਈ ਕੰਮ ਨਾ ਕਰੋ, ਸੰਸਾਰ ਵਿੱਚ ਰਹਿੰਦਿਆਂ ਤੁਹਾਡੀ ਸੁਰਤ ਉੱਤੇ ਅਸਰ ਹੋਣਾ। ਕ੍ਰੋਧ, ਈਰਖਾ, ਦਵੈਸ਼, ਵਿਕਾਰ, ਮੰਦੀਆਂ ਵਿਚਾਰਾਂ, ਸੰਸਾਰ ਦੇ ਅੰਦਰ ਤੁਹਾਡੀ ਸੁਰਤ ਉੱਤੇ ਅਸਰ ਹੁੰਦਾ। ਹਜ਼ੂਰ ਨੇ ਕਿਹਾ ਜਿਵੇਂ ਕੱਪੜਾ ਧੋਣ ਲਈ ਪਾਣੀ ਕੰਮ ਆਉਂਦਾ ਹੈ, ਤੇ ਕੁਝ ਮੈਲ ਐਸੀ ਹੁੰਦੀ ਹੈ ਜਿਹੜੀ ਪਾਣੀ ਨਾਲ ਨਹੀਂ ਧੋਤੀ ਜਾਂਦੀ, ਉਹਦੇ ਲਈ ਸਾਬਣ ਚਾਹੀਦਾ। ਫਿਰ ਉਸ ਤੋਂ ਅੱਗੇ ਇੱਦਾਂ ਸੁਰਤ ਹੈ। ਸੁਰਤ ਦੀ ਮੈਲ ਪਾਣੀ ਤੇ ਸਾਬਣ ਨਾਲ ਨਹੀਂ, ਇਹ ਸੁਰਤ ਦੀ ਮੈਲ ਗੁਰੂ ਦੇ ਸ਼ਬਦ ਨਾਲ ਧੋਤੀ ਜਾਏਗੀ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ। ਕੱਪੜੇ ਦੀ ਤਨ ਦੀ ਮੈਲ ਪਾਣੀ ਨਾਲ ਧੋਤੀ ਗਈ, ਪਰ ਕੁਝ ਮੈਲ ਐਸੀ ਹੈ ਜਿਹਦੇ ਲਈ ਫਿਰ ਸਾਬਣ ਵੀ ਚਾਹੀਦਾ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਓ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਓ ਧੋਪੈ ਨਾਵੇ ਕੈ ਰੰਗ। ਇੱਦਾਂ ਭਾਈ ਸੁਰਤ ਤੇ ਮਤ ਨੂੰ ਧੋਣ ਲਈ ਫਿਰ ਵਾਹਿਗੁਰੂ ਦਾ ਸ਼ਬਦ ਚਾਹੀਦਾ। ਅੱਜ ਹਜ਼ੂਰ ਨੇ ਬਚਨ ਕਹੇ, ਸੱਚੀ ਪ੍ਰੀਤ ਸਮਾਹੋ। ਜਿੱਥੋਂ ਆਤਮਾ ਦੀ ਪਰਮਾਤਮਾ ਤੋਂ ਉਪਜ ਹੋਈ ਹੈ, ਤੂੰ ਨਾਮ ਜਪਦਿਆਂ ਜਪਦਿਆਂ ਉਹਦੇ ਨਾਲ ਮਿਲ ਜਾਏਗਾ। ਇਹ ਸੱਚੀ ਪ੍ਰੀਤ ਕਰਕੇ ਉਸ ਖਸਮ ਪਿਆਰੇ ਦੇ ਵਿੱਚ ਤੂੰ ਮਿਲੇਗਾ। ਉਹਨੂੰ ਸੱਚੀ ਪ੍ਰੀਤ ਕਰ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ। ਕਿਆ ਧਾਰਾ ਕਿਆ ਮੀਤ, ਦੁਨੀਆ ਵਿੱਚ ਸਭ ਪ੍ਰੀਤਾਂ ਝੂਠੀਆਂ ਨੇ। ਆਪੋ ਆਪਣੇ ਸੁਖ ਕਰਕੇ ਸੰਸਾਰ ਵਿੱਚ ਪ੍ਰੀਤ ਹੈ, ਇੱਕ ਰੱਬ ਦੀ ਪ੍ਰੀਤ ਸਦਾ ਹੀ ਸੱਚੀ ਹੈ। ਉਹ ਦੁੱਖ ਵੇਲੇ ਵੀ ਨਾਲ ਰਹਿੰਦਾ, ਸੁੱਖ ਵੇਲੇ ਵੀ ਨਾਲ ਰਹਿੰਦਾ। ਜਦੋਂ ਇਹ ਸੱਚੀ ਪ੍ਰੀਤ ਬਣ ਜਾਏ, ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਆਤਮਾ ਨੂੰ, ਉਸ ਸੁਰਤ ਨੂੰ ਪਰਮਾਤਮਾ ਕੀ ਕਰਦਾ? ਕਰ ਗਏ ਲੀਨੀ ਪਾਰ ਬ੍ਰਹਮ, ਬਾਹਾਂ ਪਕੜ ਠਾਕੁਰ ਹੋ ਕੀਦੀ। ਗੁਣ ਅਵਗੁਣ ਨਾ ਪਛਾਣੇ। ਅੱਜ ਹਜ਼ੂਰ ਕਹਿੰਦੇ ਕਰ ਗਏ ਲੀਨੀ, ਬਾਹ ਹੱਥ ਪਕੜ ਕੇ। ਪਾਰ ਬ੍ਰਹਮ ਬਹੁੜ ਨਾ ਵਿਛੜਿਆਓ। ਰੱਬ ਆਪਣੇ ਨਾਲ ਮੇਲ ਲੈਂਦਾ, ਉਹਨੂੰ ਦੁਆਰਾ ਵਿਛੜਨ ਨਹੀਂ ਦਿੰਦਾ, ਉਹਨੂੰ ਆਪਣੇ ਤੋਂ ਦੂਰ ਨਹੀਂ ਕਰਦਾ। ਉਹ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਜੁੜਿਆ ਰਹਿੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ, ਤੂੰ ਆਪਣੇ ਅਕਾਲ ਪੁਰਖ ਰੱਬ ਤੋਂ ਬਲਿਹਾਰ ਜਾਇਆ ਕਰ। ਜਿਹਨੇ ਤੈਨੂੰ ਇਹ ਸੋਝੀ ਦਿੱਤੀ ਹੈ, ਸੁਰਤ ਦਿੱਤੀ ਹੈ, ਸੰਸਾਰ ਵਿੱਚ ਰਹਿੰਦਿਆਂ
तेरी सुरत रब वल तुर रही, तू बलिहार जाया कर। वार जाऊं लख वेरिया, हर सज्जण गम गाहो। उतों बलिहार जा क्यों? ਉਹਨੇ ਤੈਨੂੰ ਤੰਦਰੁਸਤੀ ਦਿੱਤੀ। ਉੱਠਦਿਆਂ ਸਾਰ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਭੋਜਨ ਛਕਣ ਲੱਗਿਆਂ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਉਹਨੇ ਪਚਣ ਦੀ ਸਮਰੱਥਾ ਦਿੱਤੀ ਹੈ, ਸਰੀਰ ਤੰਦਰੁਸਤ ਦਿੱਤਾ ਹੈ, ਤੈਨੂੰ ਪੁੱਤਰ ਧੀਆਂ ਦਿੱਤੇ ਨੇ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ। ਰਹਿਣ ਵਾਸਤੇ ਘਰ ਦਿੱਤਾ ਹੈ। ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਲੱਖਾਂ ਲੋਕ ਜਿਨ੍ਹਾਂ ਨੂੰ ਰੱਬ ਨੇ ਘਰ ਨਹੀਂ ਦਿੱਤੇ ਰਹਿਣ ਵਾਸਤੇ, ਛੰਨਾਂ ਵਿੱਚ, ਕੁੱਲੀਆਂ ਵਿੱਚ, ਵਿਰਾਨ ਵਿੱਚ, ਪੁਲਾਂ ਥੱਲੇ ਰਹਿੰਦੇ ਨੇ। ਤੈਨੂੰ ਦਿੱਤਾ, ਤੂੰ ਸ਼ੁਕਰਾਨਾ ਕਰ। ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਭਾਈ ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ। ਅੱਗੇ ਮਹਾਰਾਜ ਨੇ ਬਚਨ ਕਹੇ, ਸਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਉੱਤੇ ਉਹਦੀ ਸ਼ਰਨ ਵਿੱਚ ਆ ਜਾ। ਇਹਦੇ ਅਰਥ ਇਸ ਤਰ੍ਹਾਂ ਵੀ ਵਿਦਵਾਨਾਂ ਨੇ ਕੀਤੇ ਨੇ। ਤੂੰ ਉਹਦੇ ਇੱਕ ਦਰ ਉੱਤੇ ਆ ਕੇ ਬੈਠ, ਉਹਨੂੰ ਦਰ 'ਤੇ ਬੈਠਿਆਂ ਦੀ ਸ਼ਰਮ ਹੁੰਦੀ ਹੈ ਕਿ ਭਾਈ ਮੇਰੇ ਦਰ 'ਤੇ ਬੈਠਾ ਹੈ, ਹੁਣ ਮੈਨੂੰ ਲਾਜ ਹੈ, ਮੇਰੇ ਦਰਵਾਜ਼ੇ 'ਤੇ ਜੂ ਬਹਿ ਗਿਆ। ਸ਼ਰਮ ਪਈ ਨਾਰਾਇਣ ਨੇ, ਰੱਬ ਨੂੰ ਵੀ ਸ਼ਰਮ ਹੈ ਇਸ ਗੱਲ ਦੀ। ਕਾਹਦੀ? ਕਿ ਨਾਨਕ ਦਰ ਪਈ ਆਹੋ, ਇਹ ਮੇਰੇ ਦਰ 'ਤੇ ਆ ਕੇ ਢਹਿ ਪਿਆ, ਇਹ ਮੇਰੇ ਦਰ 'ਤੇ ਆ ਗਿਆ। ਰੱਬ ਨੂੰ ਵੀ ਫਿਰ ਇਸ ਗੱਲ ਦੀ ਲਾਜ ਹੈ, ਉਹ ਆਪਣੇ ਬਿਰਧ ਦੀ ਸੰਭਾਲ ਕਰਦਾ। ਇੱਥੋਂ ਤੱਕ ਫਿਰ ਉਹ ਕਰੋੜਾਂ ਅਪਰਾਧ ਬਖਸ਼ ਦਿੰਦਾ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਵਿਰਧ ਰਖਾਵੋ। ਕੋਈ ਉਹਦੇ ਦਰ ਉੱਤੇ ਢਹਿ ਜਾਏ, ਰੱਬ ਨੂੰ ਵੀ ਇਸ ਗੱਲ ਦੀ ਲਾਜ ਹੈ, ਹੁਣ ਮੇਰੇ ਦਰਵਾਜ਼ੇ 'ਤੇ ਬਹਿ ਗਿਆ। ਉਹ ਆਪਣੇ ਦਰ 'ਤੇ ਢਿਆਂ ਦੀ ਲਾਜ ਜ਼ਰੂਰ ਰੱਖਦਾ। ਅਕਾਲ ਪੁਰਖ ਰੱਬ ਦੀ ਓਟ ਲਈਏ, ਜੀਵਨ ਵਿੱਚ ਲਾਹਾ ਮਿਲਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸਮਾਪਤੀ ਵਾਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਹੈ। ਸਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਪੋਖ ਸੋਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।